डिस्कस कर लेने बेसिकली प्रोग्राम जिहड़ा हैगा किहड़े विद्यार्थी वास्ते या किहड़े परसन वास्ते है। ओके अपना मनदीप पहला तो मैं ਇਹਦਾ ਨਾਮ ਦੱਸਦੀ ਹਾਂ ਤੁਹਾਨੂੰ। ਇਹਦਾ ਨਾਮ ਹੈਗਾ ਸ਼ਾਰਟ ਟਰਮ ਟ੍ਰੇਨਿੰਗ ਵੀਜ਼ਾ। ਰਾਈਟ। ਇਹਦੇ ਨਾਮ ਤੋਂ ਹੀ ਕਲੀਅਰ ਹੈ ਕਿ ਬੱਚਾ ਜਿਹੜਾ ਹੈਗਾ ਟ੍ਰੇਨਿੰਗ ਤੇ ਜਾਏਗਾ, ਆਪਣੀ ਟ੍ਰੇਨਿੰਗ ਕੰਪਲੀਟ ਕਰੇਗਾ ਤੇ ਉਹਦੇ ਤੇ ਪਲੇਸਮੈਂਟ ਲਏਗਾ ਤੇ ਉੱਥੇ ਜਾ ਕੇ ਜੌਬ ਸਟਾਰਟ ਕਰ ਦੇਗਾ। ਪਹਿਲਾ ਪੁਆਇੰਟ। ਦੂਸਰਾ ਪੁਆਇੰਟ ਕਿ ਇਹ ਹੈ ਕਿਹਦੇ ਵਾਸਤੇ ਆ, ਇਹ ਉਹਨਾਂ ਸਾਰੇ ਵਿਦਿਆਰਥੀਆਂ ਲਈ ਆ, ਉਹਨਾਂ ਸਾਰੇ ਲੋਕਾਂ ਲਈ ਹੈ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਬਟ ਉਹਨਾਂ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ। ਠੀਕ ਹੈ ਤਾਂ ਉਹ ਇਸ ਪ੍ਰੋਗਰਾਮ 'ਚ ਜਾ ਸਕਦੇ ਨੇ। ਆਈ ਮੀਨ ਟੂ ਸੇ ਕਿ ਵੀਕ ਪ੍ਰੋਫਾਈਲਸ ਜਿਹੜੀਆਂ ਹੈਗੀਆਂ ਨੇ ਬੇਸਿਕਲੀ ਵੀ ਆਰ ਲੁਕਿੰਗ ਫॉर दैट ਜੀ। ਸੋ ਤੁਸੀਂ ਜਾ ਸਕਦੇ ਹੋ ਜੀ, ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ, ਮੰਚ ਕੋਈ ਵੀ ਸਵਾਲ ਹੈ ਡਿਸਕਸ ਕਰ ਸਕਦੇ ਹੋ। ਪ੍ਰੋਗਰਾਮ ਜਿੱਦਾਂ ਤੁਸੀਂ ਦੱਸਿਆ ਵੀ ਵੀਕ ਪ੍ਰੋਫਾਈਲ ਜਾ ਰਹੀ ਹੈ, ਜੋ ਮੈਂ ਅੱਜ ਦੇ ਹਾਲਾਤਾਂ ਦੀ ਗੱਲ ਕਰਾਂ ਇਸ ਵੇਲੇ ਤਾਂ ਸਟਰੋਂਗ ਜਿਹੜੀ ਪ੍ਰੋਫਾਈਲ ਹੈ ਐਸਟੀਐਸ ਕੈਟਾਗਰੀ ਦੀ 7-7 ਬੈਂਡ ਵਾਲਾ ਵਿਦਿਆਰਥੀ ਉਹ ਰਿਫਿਊਜ਼ ਹੋ ਕੇ ਬੈਠ ਗਿਆ। ਤੁਸੀਂ ਕਹਿ ਰਹੇ ਹੋ ਵੀਕ ਪ੍ਰੋਫਾਈਲ ਵਾਲਾ ਚੱਲ ਜਾਊਗਾ, ਵੀਕ ਪ੍ਰੋਫਾਈਲ ਵਾਲਾ ਕਿਵੇਂ ਜਾ ਸਕਦਾ? ਫਾਈਲਿੰਗ ਮਾੜੀ ਹੈ ਜਾਂ ਜੇ ਤੁਹਾਡੇ 9 ਬੈਂਡ ਵੀ ਆ ਤਾਂ ਵੀ ਤੁਹਾਡੀ ਫਾਈਲ ਰਿਜੈਕਟ ਹੋਏਗੀ। ਜੇ ਫਾਈਲਿੰਗ ਸਹੀ ਹੈ ਤਾਂ ਤੁਹਾਡੀ ਫਾਈਲ ਚਾਹੇ 5.5 ਬੈਂਡ ਤੇ ਮੈਨੂੰ ਦੇ ਦਿਓ, ਮੈਂ ਵੀਜ਼ੇ ਲਵਾਏ ਹੋਏ ਆ, ਮੇਰੇ ਬੱਚੇ ਪਹੁੰਚੇ ਵੀ ਆ। ਜੀ ਠੀਕ ਹੈ। ਜੇ ਇੰਨਾ ਸੌਖਾ ਆ ਇਹ ਪ੍ਰੋਡਕਟ ਤੁਸੀਂ ਕਹਿ ਰਹੇ ਹੋ ਤਾਂ ਫਿਰ ਬਾਕੀ ਕੰਸਲਟੈਂਟ ਜਿਹੜੇ ਆ ਉਹ ਕਿਉਂ ਨਹੀਂ ਇਹ ਪ੍ਰੋਗਰਾਮ ਨੂੰ ਕਰ ਰਹੇ? ਕਿਉਂਕਿ ਤੁਸੀਂ ਪਹਿਲੇ ਕੰਸਲਟੈਂਟ ਹੋ ਜਿਹਦੇ ਨਾਲ ਮੈਂ ਇਸ ਪ੍ਰੋਗਰਾਮ ਦੇ ਉੱਤੇ ਕਈ ਸ਼ੋਅਸ ਕੀਤੇ, ਮੇਰੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਤੁਸੀਂ ਵੱਖ-ਵੱਖ ਪਲੇਟਫਾਰਮ ਦੇ ਉੱਤੇ ਸ਼ੋਅ ਬਾਰੇ ਡਿਸਕਸ ਕਰਦੇ ਹੋ। ਬਾਕੀ ਕਿਉਂ ਨਹੀਂ ਕਰਦੇ ਹੈਗੇ? ਕਿ ਬਾਕੀਆਂ ਨੂੰ ਇਹ ਪ੍ਰੋਡਕਟ ਬਾਰੇ ਪਤਾ ਨਹੀਂ ਹੈਗਾ ਜਾਂ ਫਿਰ ਬਾਕੀ ਇਹਨੂੰ ਇੰਨਾ ਕਿਉਂ ਨਹੀਂ ਦੇ ਰਹੇ ਹੈਗੇ, ਪ੍ਰਾਇੋਰਟੀ ਕਿਉਂ ਨਹੀਂ ਦੇ ਰਹੇ ਕਿ ਉਹਨਾਂ ਉਹ ਸਟੱਡੀ ਵੀਜ਼ਾ ਨੂੰ ਜਾਂ ਪੀਆਰ ਨੂੰ ਕਿਉਂ ਜ਼ਿਆਦਾ ਪਹਿਲ ਦਿੰਦੇ ਨੇ? ਮਨਦੀਪ 2014 ਦੇ ਵਿੱਚ ਕੈਨੇਡਾ ਨੇ ਪੀਐਨਪੀ ਓਪਨ ਕੀਤੀ ਸੀ। 2015 ਦੇ ਵਿੱਚ ਇੰਡੀਆ 'ਚ ਮੈਂ ਲਾਂਚ ਕੀਤੀ ਹੈ। ਉਦੋਂ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਪੀਐਨਪੀ ਨਾਂ ਦੀ ਚੀਜ਼ ਵੀ ਹੈਗੀ, ਉਹਦੇ ਤੇ ਵੀ ਅਸੀਂ ਕੈਨੇਡਾ ਪੀਆਰ ਜਾ ਸਕਦੇ ਹਾਂ। ਲੋਕਾਂ ਨੂੰ ਹੁੰਦੇ ਪਤਾ ਹੀ ਨਹੀਂ ਸੀ, ਉਹਨਾਂ ਨੂੰ ਸੀਗਾ ਕਿ ਜੇ ਸਾਡਾ ਕੋਈ ਰਿਸ਼ਤੇਦਾਰ ਸਪਾਂਸਰ ਕਰੂਗਾ ਤਾਂ ਹੀ ਅਸੀਂ ਕੈਨੇਡਾ ਪੀਆਰ ਤੇ ਜਾ ਸਕਦੇ ਹਾਂ। ਰਾਈਟ। ਤਾਂ ਇਨ ਦਾ ਸੇਮ ਵੇ 140 ਤਰੀਕੇ ਨੇ ਕੈਨੇਡਾ ਪੀਆਰ ਲੈਣ ਦੇ, ਆਪਾਂ ਨੂੰ ਸਾਰੇ ਤਾਂ ਨਹੀਂ ਪਤਾ। ਜੇ ਤੁਸੀਂ ਰਿਸਰਚ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ। ਉਸੇ ਤਰੀਕੇ ਨਾਲ ਡਿਫਰੈਂਟ ਵੇਜ਼ ਨੇ ਜਿਹਦੇ ਥਰੂ ਤੁਸੀਂ ਕੈਨੇਡਾ ਮੂਵ ਹੋ ਸਕਦੇ ਹੋ। ਉਹਦੇ ਲਈ ਤੁਹਾਨੂੰ ਰਿਸਰਚ ਕਰਨੀ ਪੈਂਦੀ ਹੈ, ਜਿਹੜੀ ਮੈਂ ਕੀਤੀ ਆ। ਠੀਕ ਹੈ, ਉਹ ਮੈਂ ਕੀਤੀ ਹੈ, ਉਹਦੇ ਅਕੋਰਡਿੰਗਲੀ ਆਪਣੇ ਜਿਹੜੇ ਟਾਈ ਅਪਸ ਬਣਾਏ ਨੇ, ਤਾਂ ਕਰਕੇ ਇਹ ਮੇਰੇ ਕੋਲੇ ਆ। ਇਹ ਪ੍ਰੋਡਕਟ ਸਿਰਫ ਐਕਸਕਲੂਸਿਵ ਤੁਹਾਡੇ ਕੋਲ ਹੀ ਹੈ? ਹਜੇ ਤੱਕ ਤਾਂ ਮੇਰੇ ਕੋਲੇ ਆ। ਜਿਵੇਂ ਪੀਐਨਪੀ ਮੇਰੇ ਕੋਲ ਸੀਗਾ, ਬਾਅਦ ਚ ਲੋਕਾਂ ਨੇ ਕਾਪੀ ਕੀਤਾ, ਤਾਂ ਇਹ ਵੀ ਹਜੇ ਤੱਕ ਤਾਂ ਮੇਰੇ ਕੋਲੇ ਆ। ਅੱਗੇ ਦੇਖੋ ਕਿੰਨੇ ਲੋਕ ਇਸ ਪ੍ਰੋਗਰਾਮ ਨੂੰ ਲੈ ਕੇ ਅੱਗੇ ਚੱਲਦੇ ਨੇ। ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ, ਮੰਚ ਕੋਈ ਵੀ ਸਵਾਲ ਹੈ ਡਿਸਕਸ ਕਰ ਸਕਦੇ ਹੋ ਜੀ। ਇੰਗਲਿਸ਼ ਦਾ ਕਿੱਡਾ ਕੁ ਵੱਡਾ ਰੋਲ ਹੈਗਾ? ਕਿਉਂਕਿ ਜਦੋਂ ਆਪਾਂ ਵਿਦੇਸ਼ ਜਾਣ ਦੀ ਗੱਲ ਕਰਦੇ ਹਾਂ ਤੁਹਾਨੂੰ ਕਿਹਾ ਜਾਂਦਾ ਹੈ ਵੀ ਤੁਹਾਡੀ ਕਮਿਊਨੀਕੇਸ਼ਨ ਸਕਿੱਲਸ ਬਹੁਤ ਵਧੀਆ ਹੋਣੀਆਂ ਚਾਹੀਦੀਆਂ ਨੇ। ਭਾਵੇਂ ਤੁਸੀਂ ਵਿਦਆਊਟ ਆਇਲਸ ਵੀ ਜਾਣਾ ਹੈ ਤਾਂ ਤੁਹਾਡਾ ਸੀਬੀਐਸਈ ਬੋਰਡ ਹੋਣਾ ਚਾਹੀਦਾ, ਜਾਂ ਤੁਹਾਡੇ ਘੱਟੋ ਘੱਟ ਇੰਨੇ ਨੰਬਰ ਹੋਣੇ ਚਾਹੀਦੇ ਨੇ, ਜਾਂ ਤੁਹਾਡਾ ਆਇਲਸ ਦਾ, ਪੀਟੀ ਦਾ, ਟਫਲ ਦਾ ਸਕੋਰ ਇਹ ਹੋਣਾ ਚਾਹੀਦਾ ਹੈ। ਇਹਦੇ ਵਾਸਤੇ, ਇਸ ਪ੍ਰੋਗਰਾਮ ਦੇ ਵਾਸਤੇ, ਇਸ ਟ੍ਰੇਨਿੰਗ ਵਾਸਤੇ ਕਿੰਨਾ ਸਕੋਰ ਮੈਂਡੇਟਰੀ ਹੈਗਾ ਵੀ ਘੱਟੋ ਘੱਟ ਆ ਸਕੋਰ ਵਾਲਾ ਵਿਦਿਆਰਥੀ ਫਾਲ ਕਰੂਗਾ? ਬੇਸਿਕ ਐਲੀਜੀਬਿਲਿਟੀ ਆਫ ਦਿਸ ਪ੍ਰੋਗਰਾਮ ਇਜ਼ ਨੋ ਆਇਲਸ। ਸਾਨੂੰ ਆਇਲਸ ਦੀ ਲੋੜ ਹੀ ਨਹੀਂ। ਅਸੀਂ ਬੱਚੇ ਨੂੰ ਪ੍ਰੈਕਟੀਕਲ ਟ੍ਰੇਨਿੰਗ ਲਈ ਭੇਜ ਰਹੇ ਹਾਂ। ਪ੍ਰੈਕਟੀਕਲ ਮੀਨਸ ਉਹਨੇ ਜੋ ਵੀ ਉਹਦੀਆਂ ਇਨਸਟਰੂਮੈਂਟਸ ਨੇ ਉਹਦੇ ਤੇ ਕੰਮ ਕਰਨਾ ਹੈ, ਉਹਦੇ ਤੇ ਇਨਸਟਰਕਸ਼ਨਸ ਗੱਲਬਾਤ ਤਾਂ ਕਰਨੀ ਪਊਗੀ ਨਾ, ਉੱਥੇ ਆਪਾਂ ਪਾਣੀ ਦਾ ਕਰਨੀ ਪਏਗੀ, ਉਹਦੇ ਲਈ ਉਹਨੂੰ ਟ੍ਰੇਨਿੰਗ ਦਿੱਤੀ ਜਾਊਗੀ। ਅੱਛਾ, ਉਹ ਤੁਸੀਂ ਟ੍ਰੇਨਿੰਗ? ਹਾਂ, ਨਹੀਂ, ਉਹਦੇ ਲਈ ਤਾਂ ਟ੍ਰੇਨਿੰਗ ਦੇ ਰਹੇ ਆ ਨਾ ਆਪਾਂ ਪਹਿਲਾਂ। ਜਿਹੜੇ ਟ੍ਰੇਨਿੰਗ ਤੇ ਉਹ ਜਾ ਰਿਹਾ ਉਸ ਦੇ ਵਿੱਚ ਅਸੀਂ ਉਹਨੂੰ ਇਹੀ ਸਿਖਾਵਾਂਗੇ ਨਾ ਵੀ ਜਦੋਂ ਤੂੰ ਕੰਮ ਤੇ ਲੱਗ ਗਿਆ ਉਦੋਂ ਤੈਨੇ ਕਿਵੇਂ ਕਮਿਊਨੀਕੇਟ ਕਰਨਾ ਹੈ, ਕਿਵੇਂ ਤੈਨੇ ਆਹ ਚੀਜ਼ ਚਲਾਉਣੀ ਹੈ। ਓਕੇ, ਅੱਛਾ, ਸਾਰੇ ਤੁਹਾਡੇ ਵੱਲੋਂ ਉਹਨਾਂ ਨੂੰ ਸਲਾਹ ਮਸ਼ਵਰਾ ਜਿਹੜਾ ਦਿੱਤਾ ਜਾਊਗਾ। ਬਿਲਕੁਲ। ਠੀਕ ਹੈ ਜੀ। ਸੋ ਨੰਬਰ ਡਿਸਪਲੇ ਹੋ ਰਿਹਾ ਜੀ, ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ ਜੀ, ਕਾਲਸ ਲੈਣੀਆਂ ਵੀ ਸ਼ੁਰੂ ਕਰ ਦਿੰਨੇ ਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਜੀ। ਸਤਿ ਸ਼੍ਰੀ ਅਕਾਲ, ਸਵਾਗਤ। ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਮੈਮ, ਜਤਿੰਦਰ ਗੱਲ ਕਰ ਰਹੇ ਹਾਂ ਜੀ। ਕਿੱਥੋਂ ਬੋਲ ਰਹੇ ਹੋ ਜਤਿੰਦਰ ਜੀ? ਮੈਂ ਬਠਿੰਡੇ ਤੋਂ ਗੱਲ ਕਰ ਰਿਹਾ ਮੈਮ। ਸਵਾਲ? ਮੈਮ 10ਵੀਂ ਕੀਤੀ ਵੀ ਆ ਜੀ, ਮੈਂ 10 ਪੜ੍ਹਿਆ ਲਿਖਿਆ, ਖੇਤੀਬਾੜੀ ਦਾ ਕੰਮ ਆ ਜੀ। ਇੱਕ ਵਾਰ ਮੈਂ ਰਿਫਿਊਜ਼ ਹੋਇਆ, ਮੈਂ ਟੂਰਿਸਟ ਵੀਜ਼ੇ ਤੇ, ਟੂਰਿਸਟ ਤੇ ਜਿਹੜਾ ਆਪਣਾ ਟੂਰਿਸਟ ਲਾਉਣੇ ਹੁੰਦੇ ਆ ਜੀ। ਠੀਕ ਹੈ। ਤੇ ਮੈਨੂੰ ਕੋਈ ਰਾਹ ਪਾਓ, ਮਤਲਬ ਮੈਂ ਇੱਕ ਜਤਿੰਦਰ ਮੈਂ ਬਾਹਰ ਨਿਕਲਣਾ ਚਾਹੁੰਦਾ ਕਿਸੇ ਤਰੀਕੇ ਜੀ। ਬਾਹਰ ਨਿਕਲਣਾ ਚਾਹੁੰਦੇ ਨੇ ਕਿਸੇ? ਜਤਿੰਦਰ, ਖੇਤੀਬਾੜੀ ਕਿੰਨੇ ਟਾਈਮ ਤੋਂ ਕਰ ਰਹੇ ਹੋ ਤੁਸੀਂ? ਖੇਤੀਬਾੜੀ ਮੈਮ ਸਟਾਰਟਿੰਗ ਤੋਂ ਹੀ ਕਰਦੇ ਆ ਜੀ, ਮਦਰ ਫਾਦਰ ਮੇਰੇ। ਠੀਕ ਹੈ। ਜੇ ਤੁਹਾਨੂੰ ਖੇਤੀਬਾੜੀ ਦੀ, ਕੈਨੇਡਾ ਦੀ ਖੇਤੀਬਾੜੀ ਦੀ ਟ੍ਰੇਨਿੰਗ ਦਵਾ ਕੇ ਭੇਜ ਦਈਏ ਤਾਂ ਤੁਸੀਂ ਕੈਨੇਡਾ ਜਾ ਸਕਦੇ ਹੋ। ਰਾਈਟ। ਹਾਂਜੀ ਮੈਮ, ਮੈਨੂੰ ਭੇਜ ਦਿਓ ਜੀ ਬਸ। ਉੱਥੇ ਜਾ ਕੇ ਹਾਂਜੀ, ਉੱਥੇ ਜਾ ਕੇ ਤੁਹਾਨੂੰ ਅਸੀਂ ਸੇਮ ਐਗਰੀਕਲਚਰ ਦੇ ਵਿੱਚ ਅਸੀਂ ਟ੍ਰੇਨਿੰਗ ਦਵਾਵਾਂਗੇ ਤੇ ਉਹਦੇ ਵਿੱਚ ਹੀ ਤੁਹਾਡੀ ਜਿਹੜੀ ਹੈ ਪਲੇਸਮੈਂਟ ਹੋ ਜਾਏਗੀ, ਤਾਂ ਤੁਸੀਂ ਮੂਵ ਹੋ ਸਕਦੇ ਹੋ। ਠੀਕ ਹੈ। ਸੋ ਜਾ ਸਕਦੇ ਹੋ ਜਤਿੰਦਰ ਜੀ। ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ ਹੈ। 10ਵੀਂ ਕੀਤੀ ਹੈ ਇਹਨਾਂ ਨੇ, ਕੋਈ ਮਤਲਬ ਨਹੀਂ ਹੈਗਾ 10ਵੀਂ 2019 ਦੀ ਚਾਹੀਦੀ ਹੈ, 2010 ਦੀ ਚਾਹੀਦੀ ਹੈ। ਉਮਰ ਨਾਲ ਕਿੰਨਾ ਤਾਲਮੇਲ ਹੈਗਾ, ਨੰਬਰਾਂ ਨਾਲ ਕਿੰਨਾ ਤਾਲਮੇਲ ਹੈਗਾ? ਉਮਰ ਨਾਲ, ਨੰਬਰਾਂ ਨਾਲ ਇਹਦਾ ਕੋਈ ਤਾਲਮੇਲ ਨਹੀਂ। ਇਹਦੀ ਪ੍ਰੋਫਾਈਲ ਨੂੰ ਮੈਂ ਅੱਗੇ ਡਿਸਕਸ ਕਰ ਲੈਣੀ ਆ। ਹੁਣ ਇੱਥੇ ਆਪਣੇ ਖੇਤੀ ਹੁੰਦੀ ਹੈ,
ਖੇਤੀ ਹੁੰਦੀ ਹੈ, ਉਹਦੇ ਨਾਲ ਸਾਰਾ ਦੇਸ਼ ਵੀ ਚੱਲ ਰਿਹਾ, ਤੁਹਾਨੂੰ ਵੀ ਪਤਾ ਹੈ ਨਾ। ਤੇ ਉਹਦੇ ਲਈ ਤੁਹਾਨੂੰ ਕਿੰਨੇ ਨੰਬਰਾਂ ਦੀ ਜਾਂ ਕਿੰਨੀ ਕੁਆਲੀਫਿਕੇਸ਼ਨ ਦੀ ਲੋੜ ਹੈ? ਬਿਲਕੁਲ ਕੁਝ ਫਿਰ ਤੁਸੀਂ ਖੇਤੀ ਕਰਨੀ ਹੈ ਜਾ ਕੇ, ਤੁਹਾਨੂੰ ਮਸ਼ੀਨਾਂ ਚਲਾਉਣੀਆਂ ਆਉਣੀਆਂ ਚਾਹੀਦੀਆਂ ਨੇ, ਸਿੰਪਲ ਜੀ ਗੱਲ ਹੈ। ਠੀਕ ਹੈ, ਸਹੀ। ਉਹ ਅਸੀਂ ਤੁਹਾਨੂੰ ਟ੍ਰੇਨਿੰਗ ਦਵਾਂਗੇ ਕਿ ਕੰਮ ਕਰਨਾ ਕਿੱਦਾਂ ਹੈ, ਕਰਨਾ ਕਿੱਦਾਂ। ਠੀਕ ਹੈ। ਸੋ ਅੱਛਾ, ਵਿਭਾਗ ਕਿਹੜੇ ਇਸ ਦੇ ਵਿੱਚ ਮੌਜੂਦ ਨੇ, ਕਿਹੜੇ ਹੈਗੇ ਨੇ? ਖੇਤੀ ਹੋ ਗਿਆ, ਸਿਲਾਈ ਕਢਾਈ ਹੋ ਗਿਆ, ਕਿਸੇ ਨੇ ਬੁਟੀਕ ਦਾ ਕੰਮ ਕੀਤਾ, ਕਿਸੇ ਨੇ ਬਿਊਟੀਸ਼ੀਅਨ ਦਾ ਕੀਤਾ, ਸੋ ਸਾਰੀਆਂ ਚੀਜ਼ਾਂ ਵਿੱਚ ਅਵੇਲੇਬਲ ਨੇ ਜਾਂ ਕੁਝ? ਥਾਊਜ਼ੈਂਡਸ ਆਫ ਕੋਰਸਿਸ ਅਵੇਲੇਬਲ ਨੇ ਜਿਹਦੇ ਤੋਂ ਤੁਹਾਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਡਿਪੈਂਡਸ ਕਿ ਡਿਮਾਂਡ ਦੇ ਵਿੱਚ ਕਿਹੜਾ ਆਕੂਪੇਸ਼ਨ ਹੈਗਾ। ਠੀਕ ਹੈ, ਠੀਕ ਉਹ ਹੈ। ਸਾਡੇ ਕੋਲੇ ਲਿਸਟ ਹੈਗੀ ਹੈ, ਜਦੋਂ ਕੋਈ ਵੀ ਸਾਡੇ ਕੋਲ ਵਿਜ਼ਿਟ ਕਰਦਾ ਅਸੀਂ ਉਦੋਂ ਉਹਨੂੰ ਲਿਸਟ ਦਿਖਾ ਦਿੰਦੇ ਆ ਵੀ ਇਹ ਲਿਸਟ ਹੈਗੀ ਹੈ, ਇਹਦੇ ਵਿੱਚੋਂ ਦੱਸ ਤੇਰਾ ਕੀ ਇੰਟਰਸਟ ਹੈ, ਤੁਹਾਡਾ ਕੀ ਇੰਟਰਸਟ ਹੈ। ਠੀਕ ਹੈ ਜੀ। ਸੋ ਨੰਬਰ ਸਕਰੀਨ ਦੇ ਉੱਤੇ ਲਗਾਤਾਰ ਰੀਜ਼ਨ ਇਹ ਹੈ ਕਿ ਸਾਨੂੰ ਕੋਈ ਐਕਸਪੀਰੀਅੰਸ ਲੈਟਰ ਦੀ ਲੋੜ ਨਹੀਂ ਪੈਂਦੀ। ਜੇ ਬੱਚਾ ਕਹੂਗਾ ਕਿ ਮੇਰੇ ਕੋਲ ਐਕਸਪੀਰੀਅੰਸ ਨਹੀਂ ਜੀ ਇਸ ਲਾਈਨ ਦੇ ਵਿੱਚ, ਫਿਰ ਵੀ ਉਹਦਾ ਇਨਵੀਟੇਸ਼ਨ ਲੈਟਰ ਅਸੀਂ ਮੰਗਾ ਸਕਦੇ ਹਾਂ। ਠੀਕ ਹੈ। ਸੋ ਇੰਨੇ ਕ ਟਾਈ ਅਪਸ ਹੈਗੇ ਨੇ ਕਿ ਜੇ ਤੁਹਾਡੇ ਕੋਲ ਰਿਟਨ ਚ ਐਕਸਪੀਰੀਅੰਸ ਵੀ ਨਹੀਂ ਹੈਗਾ, ਫਿਰ ਵੀ ਤੁਹਾਡਾ ਜਿਹੜਾ ਆ ਵੀਜ਼ਾ ਕੈਨੇਡਾ ਦਾ ਲੱਗ ਸਕਦਾ ਹੈ, ਬਸ਼ਰਤੇ ਤੁਹਾਨੂੰ ਕੰਸਲਟੈਂਟ ਦੀ ਜਿਹੜੀ ਚੋਣ ਆ ਉਹ ਸੋਚ ਸਮਝ ਕੇ ਕਰਨੀ ਪਊਗੀ। ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਪਿਛਲੇ ਸ਼ੋਅ ਦੇ ਦੌਰਾਨ ਕਾਲ ਕੀਤੀ ਵੀ ਓਵਰਆਲ 5.5 ਬੈਂਡ ਹੈਗੇ ਨੇ, 3 ਚ 5.5 ਬੈਂਡ ਹੈਗੇ, 2 ਚ ਹੈਗੇ ਨੇ, ਸਟੱਡੀ ਵੀਜ਼ਾ ਸਾਡੇ ਲਈ ਆਪਸ਼ਨ ਨਹੀਂ ਹੈ, ਕਿ ਪਹਿਲਾਂ ਵੀ ਰਿਫਿਊਜ਼ ਹੋ ਗਏ ਆ, ਕੰਸਲਟੈਂਟ ਕਹਿੰਦੇ ਆ ਕਿ ਨਹੀਂ ਦੁਬਾਰਾ ਤੁਸੀਂ ਕਰੋ, ਜਾਂ ਉਹਨਾਂ ਨੂੰ ਪ੍ਰੋਵਿੰਸ ਜਿਹੜੀ ਆ ਚੇਂਜ ਕਰਨ ਦਾ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਨਹੀਂ ਤੁਸੀਂ ਟੋਰਾਂਟੋ ਵਰਗੀ ਜਗ੍ਹਾ ਤੇ ਨਹੀਂ ਜਾ ਸਕਦੇ, ਤੁਸੀਂ ਮੌਂਟਰੀਅਲ ਜਾਓ, ਤੇ ਉੱਥੋਂ ਵੀ ਰਿਫਿਊਜ਼ ਹੋ ਗਏ। ਸੋ ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣ ਜਾਣ, ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਨੇ। ਜਿਹੜੇ ਰਿਫਿਊਜ਼ ਕੇਸਿਸ ਨੇ ਉਹ ਡੈਫੀਨੇਟਲੀ, ਮੈਂ ਇੱਕ ਵਾਰੀ ਪਹਿਲਾਂ ਵੀ ਦੱਸਿਆ ਕਿ ਰਿਫਿਊਜ਼ਲ ਦਾ ਤੇ ਦੁਬਾਰਾ ਫਾਈਲਿੰਗ ਕਰਨ ਦਾ ਕੋਈ ਆਪਸ ਚ ਲਿੰਕ ਨਹੀਂ ਹੁੰਦਾ, ਤੁਸੀਂ ਰੀਅਪਲਾਈ ਕਦੇ ਵੀ ਕਰ ਸਕਦੇ ਹੋ। ਦੂਜੀ ਗੱਲ, ਜਿਹੜੇ ਬੱਚਿਆਂ ਦੇ 5.5 ਬੈਂਡ ਨੇ ਜਾਂ 2 ਚੋਂ 5.5 ਬੈਂਡ ਨੇ, ਉਹ ਸਟੱਡੀ ਲਈ ਵੀ ਰੀਅਪਲਾਈ, ਉਹਨਾਂ ਦੀ ਜਿਹੜੀ ਐਡਮਿਸ਼ਨ ਆ ਉਹ ਪਬਲਿਕ ਕਾਲਜ ਚ ਨਹੀਂ ਹੋਏਗੀ, ਪ੍ਰਾਈਵੇਟ ਕਾਲਜ ਦੇ ਵਿੱਚ ਹੋਏਗੀ, ਬਟ ਮੂਵ ਉਹ ਹੋ ਸਕਦੇ ਨੇ ਕੈਨੇਡਾ ਇਫ ਦੇ ਆਰ ਇੰਟਰਸਟਿਡ ਇਨ ਸਟੱਡੀ ਵੀਜ਼ਾ। ਬਟ ਜੇ ਉਹਨਾਂ ਦਾ ਸਟੱਡੀ 'ਚ ਕੋਈ ਇੰਟਰਸਟ ਨਹੀਂ ਹੈਗਾ ਦੈਨ ਦੇ ਕੈਨ ਮੂਵ ਔਨ ਦਿਸ ਪ੍ਰੋਗਰਾਮ। ਜਿਹਦਾ ਦਿਮਾਗ ਹੀ ਇਸ ਬੰਨੇ ਹੈਗਾ ਕਿ ਕੈਨੇਡਾ ਜਾਣਾ ਹੈ, ਜਾ ਕੇ ਉੱਥੇ ਸੈਟਲ ਹੋਣਾ ਹੈ, ਦੈਨ ਉਹ ਇੱਥੇ ਚਲੇ ਜਾਣ। ਜੇ ਬੰਦੇ ਦਾ ਮਾਈਂਡ ਸੈਟਅਪ ਇਦਾਂ ਦਾ ਕਿ ਵੀ ਮੈਂ ਉੱਥੇ ਜਾ ਕੇ ਪਹਿਲਾਂ ਪੜ੍ਹਨਾ ਹੈ, ਉਸੇ ਲਾਈਨ ਦੇ ਵਿੱਚ ਫਿਰ ਮੈਂ ਅੱਗੇ ਸੈਟਲ ਹੋਣਾ ਹੈ, ਦੈਨ ਉਹ ਸਟੱਡੀ ਕਰਨ। ਜੀ ਠੀਕ ਹੈ ਜੀ। ਸੋ ਅਗਲੇ ਦਰਸ਼ਕ ਵੀ ਨਾਲ ਨੇ, ਬਾਰ-ਬਾਰ ਕਮਾਂਡਸ ਮਿਲ ਰਹੀਆਂ ਨੇ, ਜਿਹੜੀ ਜਾਣਕਾਰੀ ਹੈ ਮੈਡਮ ਹੁਣੀ ਬਹੁਤ ਖਾਸ ਦੇ ਰਹੇ ਨੇ। ਸੋ ਅਗਲੇ ਦਰਸ਼ਕ ਦੀ ਕਾਲ ਵੀ ਲੈਣੇ ਆ ਜੀ। ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਲਾਈਵ ਸ਼ੋਅ 'ਚ, ਤੁਹਾਡੀ ਕਾਲ ਐਡ ਹੋ ਚੁੱਕੀ ਹੈ। ਕੀ ਨਾਂ ਹੈ, ਕਿੱਥੋਂ ਬੋਲ ਰਹੇ ਹੋ? ਜਗਦੀਪ ਗੱਲ ਕਰ ਰਿਹਾ ਜੀ, ਲੁਧਿਆਣੇ ਤੋਂ। ਕੀ ਸਵਾਲ ਹੈ ਜਗਦੀਪ ਜੀ? 2019 ਦੇ ਪਾਸ ਆਊਟ ਹੈ ਜੀ, ਰੀਸੈਂਟ ਰਿਫਿਊਜ਼ਲ ਹੈਗੀ ਹੈ ਮੇਰੀ, ਮੈਂ ਕੈਨੇਡਾ ਤੋਂ। ਰੀਸੈਂਟ ਰਿਫਿਊਜ਼ਲ ਕਿੱਥੋਂ ਹੈ? ਕੈਨੇਡਾ ਤੋਂ ਜੀ। ਓਕੇ, ਕਿਹੜੇ ਵੀਜ਼ਾ ਤੋਂ? ਜੀ ਬੈਂਡ ਹੈ ਜੀ। ਕਿਹੜੇ ਵੀਜ਼ਾ ਦੀ ਰਿਫਿਊਜ਼ਲ ਹੈ ਜਗਦੀਪ? ਵੀਜ਼ਾ ਜੀ। ਸਟੱਡੀ ਵੀਜ਼ਾ। ਓਕੇ, ਤੇ ਆਇਲਸ ਕੀ ਬੈਂਡ ਸਕੋਰ ਸੀਗਾ? ਮੇਰੇ 5.5 ਬੈਂਡ ਨੇ। ਤੇ ਰੀਜ਼ਨ ਕੀ ਆਇਆ ਜਗਦੀਪ, ਤੁਹਾਡੀ ਰਿਫਿਊਜ਼ਲ ਦਾ ਰੀਜ਼ਨ ਕੀ ਦੱਸਿਆ ਉਹਨਾਂ ਨੇ? ਇਹੀ ਹੈ ਜੀ, ਉਹਦੇ ਕੋਰਸ ਦੇ ਰਿਲੇਟਡ ਆਇਆ ਜੀ। ਓਕੇ, ਕੋਰਸ ਮਿਸਮੈਚ। ਬਸ ਫਿਰ ਤਾਂ ਤੁਹਾਡੀ ਫਾਈਲਿੰਗ ਦੁਬਾਰਾ ਕਰ ਦਿੰਦੇ ਆ, ਤੁਸੀਂ ਸਟੱਡੀ ਵੀਜ਼ਾ ਦੀ ਈਜ਼ੀਲੀ ਜਾ ਸਕਦੇ ਹੋ। 5.5 ਬੈਂਡ ਨੇ ਮੈਡਮ। 5.5 ਬੈਂਡ ਨਾਲ ਤਾਂ ਮੈਂ ਤੁਹਾਨੂੰ ਦੱਸਿਆ ਹੋਇਆ ਕਿੰਨੀ ਵਾਰ ਕਿ 5.5 ਬੈਂਡ ਨੇ। ਕਿੰਨੀਆਂ ਸਾਰੀਆਂ ਯੂਨੀਵਰਸਿਟੀਜ਼ ਇੱਕ ਉਹਦੇ ਵਿੱਚੋਂ ਆਇਲਸ ਚੋਂ ਇੱਕ ਮੋਡਿਊਲ ਚੋਂ 5.5 ਲੈਂਦੀਆਂ ਨੇ। ਓਵਰਆਲ 5.5 ਉਹਦੇ ਵਾਸਤੇ ਓਵਰਆਲ 5.5 ਬੈਂਡ ਵਾਲਾ ਨਹੀਂ ਮੈਂ ਲੈ ਸਕਦੀ। ਓਵਰਆਲ 6 ਹੋਣੇ ਚਾਹੀਦੇ ਨੇ, ਇੱਕ ਚੋਂ 5.5 ਜਾਂ 2 ਚੋਂ 5.5 ਚੱਲ ਸਕਦੇ ਆ, ਠੀਕ ਹੈ। ਓਵਰਆਲ 5.5 ਨਹੀਂ ਚੱਲ ਸਕਦੇ। ਓਵਰਆਲ ਜਿਹੜੇ ਬੱਚੇ ਦੇ 5.5 ਬੈਂਡ ਨੇ ਉਹ ਇਸ ਪ੍ਰੋਗਰਾਮ 'ਚ ਚਲੇ ਜਾਣ ਜਾਂ ਆਇਲਸ ਰਿਪੀਟ ਕਰਨ ਆਪਣੀ। ਬਿਲਕੁਲ। ਸੋ ਆਇਲਸ ਜਾਂ ਫਿਰ ਰਿਪੀਟ ਕਰ ਲਓ, ਜਾਂ ਫਿਰ ਤੁਸੀਂ ਜਿੱਦਾਂ ਮੈਡਮ ਦੱਸ ਰਹੇ ਨੇ ਕਿ ਆਪਣਾ ਪ੍ਰੋਗਰਾਮ ਜਿਹੜਾ ਉਹ ਚੇਂਜ ਕਰ ਸਕਦੇ ਹੋ। ਬਹੁਤ ਸਾਰੇ ਐਸੇ ਵੀ ਵਿਦਿਆਰਥੀ ਹੁੰਦੇ ਨੇ, ਜਾਂ ਮੈਂ ਕਹੂੰਗੀ ਬਹੁਤ ਸਾਰੇ ਐਸੇ ਕੈਂਡੀਡੇਟ ਹੁੰਦੇ ਨੇ ਜਿਨ੍ਹਾਂ ਨੇ ਪੀਆਰ ਦੀ ਫਾਈਲ ਅਪਲਾਈ ਕੀਤੀ ਹੁੰਦੀ ਹੈ, ਬਟ 3-3 ਸਾਲ ਨਿਕਲ ਜਾਂਦੇ ਆ, ਉਹਨਾਂ ਦਾ ਸਕੋਰ ਪੂਰਾ ਨਹੀਂ ਹੁੰਦਾ, ਉਹਨਾਂ ਦੀ ਆਇਲਸ ਵੀ ਐਕਸਪਾਇਰ ਹੋ ਜਾਂਦੀ ਹੈ, ਤੇ ਕਿਤੇ ਨਾ ਕਿਤੇ ਮਕਸਦ ਉਹੀ ਹੈ ਵਿਦੇਸ਼ ਜਾ ਕੇ ਸੈਟਲ ਹੋਣਾ। ਸੋ ਇਹ ਉਹਨਾਂ ਵਾਸਤੇ ਰਾਹਗੀਰ ਬਣ ਜਾਊਗਾ, ਬੈਨੀਫੀਸ਼ੀਅਲ ਬਣੇਗਾ। ਕਿਉਂਕਿ ਜਿਹੜੇ ਪੀਆਰ ਦੇ ਕੈਂਡੀਡੇਟਸ ਹੁੰਦੇ ਨੇ ਉਹਨਾਂ ਦਾ ਸਾਨੂੰ ਕੀ ਬੈਨੀਫਿਟ ਹੁੰਦਾ ਕਿ ਉਹ ਐਜੂਕੇਟਡ ਵੀ ਹੁੰਦੇ ਨੇ, ਉਹਨਾਂ ਕੋਲ ਐਕਸਪੀਰੀਅੰਸ ਵੀ ਹੁੰਦਾ, ਉਹਨਾਂ ਕੋਲ ਆਇਲਸ ਵੀ ਹੁੰਦਾ, ਤਾਂ ਉਹਨਾਂ ਨੂੰ ਅਸੀਂ ਈਜ਼ੀਲੀ ਜਿਹੜਾ ਹੈਗਾ ਸੈਟਲ ਕਰ ਸਕਦੇ ਹਾਂ। ਉਹ ਇਸ ਪ੍ਰੋਗਰਾਮ ਤੇ ਜਾਣਗੇ ਤਾਂ ਉਹਨਾਂ ਦੀ ਹਾਰਡਲੀ ਟ੍ਰੇਨਿੰਗ ਜਿਹੜੀ ਹੈ 2 to 3 ਮੰਥਸ ਦੀ ਆਏਗੀ। ਉਸ ਤੋਂ ਬਾਅਦ ਉਹਨਾਂ ਦੀ ਪਲੇਸਮੈਂਟ ਕਰਾ ਦਾਂਗੇ। ਪਲੇਸਮੈਂਟ ਤੋਂ ਬਾਅਦ ਯੈਸ, ਬਟ ਇੱਥੇ ਉਹ ਸਪਾਊਸ ਨੂੰ ਨਾਲ ਨਹੀਂ ਲੈ ਕੇ ਜਾ ਸਕਦੇ। ਸਪਾਊਸ ਆਏਗਾ 1 ਸਾਲ ਬਾਅਦ, 1 ਸਾਲ ਬਾਅਦ, ਠੀਕ ਹੈ ਜੀ। 6 ਮਹੀਨੇ ਘੱਟ ਤੋਂ ਘੱਟ 1 ਸਾਲ ਮੈਕਸਿਮਮ, ਉਹ ਤੋਂ ਬਾਅਦ ਆਏਗਾ, ਨਾਲ ਨਹੀਂ ਜਾ ਸਕਦਾ। ਮੈਨੂੰ ਲੱਗਦਾ ਵੀ ਨਾਲੇ ਪੁੰਨ ਤੇ ਨਾਲੇ ਫਲੀਆਂ ਦੋਨਾਂ ਦਾ ਹੀ ਕੰਮ ਬਣ ਜਾਊਗਾ। ਜਿਨ੍ਹਾਂ ਨੇ ਪੀਆਰ ਅਪਲਾਈ ਕੀਤੀ, ਜਿਨ੍ਹਾਂ ਦਾ ਸਕੋਰ ਪੂਰਾ ਨਹੀਂ ਹੋਇਆ, ਉਹ ਵੀ ਜਾ ਸਕਦੇ ਨੇ, ਉਹਨਾਂ ਦਾ ਵੀ ਰਸਤਾ ਬਣ ਜਾਊਗਾ। ਤੇ ਇਧਰੋਂ ਮੈਡਮ ਹੁਣੀ ਵੀ ਜਿੱਦਾਂ ਕਹਿ ਰਹੇ ਨੇ ਕਿ ਪ੍ਰੋਫਾਈਲ ਅੱਛੀ ਆ। ਅੱਛਾ, ਭਵਿੱਖ ਕਿੱਦਾਂ ਦਾ ਹੈਗਾ ਜਿਹੜਾ ਇਸ ਪ੍ਰੋਗਰਾਮ ਦੇ ਰਾਹੀਂ ਜਾਂਦਾ ਹੈ? ਕਿਉਂਕਿ 100 ਦੇ ਵਿੱਚੋਂ 95% ਲੋਕਾਂ ਦਾ, ਵਿਦਿਆਰਥੀ ਨਹੀਂ ਮੈਂ ਗਿਣੂੰਗੀ, ਲੋਕਾਂ ਨੂੰ ਗਿਣੂੰਗੀ, ਕਿਉਂਕਿ ਵੱਖ-ਵੱਖ ਕੈਟਾਗਰੀ ਦੇ ਲੋਕ ਜਾਂਦੇ ਨੇ, ਵਰਕ ਤੇ ਜਾਂਦੇ ਨੇ, ਕੋਈ ਕਿਸ ਤਰੀਕੇ ਨਾਲ ਜਾਂਦਾ ਹੈ, ਜਾਣਾ ਹੈ, ਜਾ ਕੇ ਉੱਥੇ ਸੈਟਲ ਹੋਣਾ ਹੈ।
ਪੀਆਰ ਲੈਣੀ ਹੈ, ਉੱਥੇ ਦੀ ਮੇਨ ਮੁੱਦਾ ਪੀਆਰ ਲੈਣੀ ਹੈ, ਸਿਟੀਜ਼ਨਸ਼ਿਪ ਲੈਣੀ ਹੈ। ਸੋ ਇਹ ਪ੍ਰੋਗਰਾਮ ਬੈਨੀਫੀਸ਼ੀਅਲ ਹੈਗਾ, ਦਿੰਦਾ ਹੈ ਕੋਈ ਨਾ ਕੋਈ ਇਦਾਂ ਦਾ ਸਾਥ। ਜਦੋਂ ਵੀ ਆਪਾਂ ਪੀਆਰ ਦੀ ਫਾਈਲ ਲਾਉਣੀ ਹੁੰਦੀ ਹੈ, ਪੀਆਰ ਵਾਸਤੇ 2 ਜਾਂ 3 ਚੀਜ਼ਾਂ ਮੈਟਰ ਕਰਦੀਆਂ ਨੇ। ਪਹਿਲੀ ਚੀਜ਼ ਇਹ ਮੈਟਰ ਕਰਦੀ ਹੈ ਕਿ ਤੁਹਾਡੇ ਪੁਆਇੰਟਸ ਕਿੰਨੇ ਨੇ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ। ਦੂਜੀ ਚੀਜ਼ ਮੈਟਰ ਕਰਦੀ ਹੈ ਕਿ ਤੁਹਾਡੇ ਕੋਲ ਕੀ ਸਟੱਡੀ ਹੈ ਜਾਂ ਕੀ ਐਕਸਪੀਰੀਅੰਸ ਹੈ। ਇਸ ਪ੍ਰੋਗਰਾਮ ਦੇ ਅੰਡਰ ਤੁਸੀਂ ਜਾ ਰਹੇ ਹੋ ਤਾਂ ਤੁਹਾਡੇ ਕੋਲ ਕੈਨੇਡਾ ਦਾ ਟ੍ਰੇਨਿੰਗ ਪ੍ਰੋਗਰਾਮ ਹੈ, ਤਾਂ ਕੈਨੇਡਾ ਦੀ ਵਰਕਿੰਗ ਵੀ ਹੋਗੀ ਤੁਹਾਡੇ ਕੋਲ, ਤਾਂ ਡੈਫੀਨੇਟਲੀ ਤੁਹਾਡੇ ਪੁਆਇੰਟਸ ਵੱਧ ਜਾਣਗੇ ਤੇ ਤੁਸੀਂ ਪੀਆਰ ਲਈ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ, ਪ੍ਰੋਵਿੰਸ ਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਚਾਹੂੰਗੀ, ਲੇਕਿਨ ਦਰਸ਼ਕ ਨਾਲ ਨੇ ਜੀ, ਅਗਲੇ ਦਰਸ਼ਕ ਦੀ ਕਾਲ ਲੈਣੇ ਆ ਜੀ। ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸੰਪਰਕ ਟੁੱਟ ਗਿਆ ਹੈ ਜੀ। ਪਲੀਜ਼ ਜਦ ਵੀ ਕਾਲ ਕਰਦੇ ਹੋ ਨੈਟਵਰਕ ਚਾ ਕੇ ਕਾਲ ਕਰਿਆ ਕਰੋ ਔਰ ਟੀਵੀ ਦੇ ਵਾਸਕ ਚਾ ਕੇ ਸਾਡੇ ਨਾਲ ਰਾਬਤਾ ਕਾਇਮ ਕਰਿਆ ਕਰੋ। ਰਿਸ਼ਤੇਦਾਰ ਸਾਰਿਆਂ ਦੇ ਵਿਦੇਸ਼ ਬੈਠੇ ਨੇ, ਸੋ ਰਿਸ਼ਤੇਦਾਰਾਂ ਕੋਲ ਜਾਣ ਦੇ ਵਿੱਚ ਕਿੰਨੇ ਕੁ ਹੱਕਦਾਰ ਹੋ। ਜਿਹਨੇ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਜਾਣਾ ਕਿ ਉਹ ਆਪਣੇ ਰਿਸ਼ਤੇਦਾਰ ਦੇ ਕੋਲ ਜਾਵੇ। ਪਿਛਲੇ ਸ਼ੋਅ 'ਚ ਵੀ ਕੁਝ ਏਦਾਂ ਦੀ ਗੱਲ ਹੋਈ ਸੀ, ਰਿਸ਼ਤੇਦਾਰ ਦੇ ਕੋਲ ਦੇਖੋ ਮੇਰੀ ਗੱਲ ਸੁਣੋ, ਸਾਡੇ ਕੋਲੇ ਆਂਦੇ ਬੱਚੇ ਕਹਿੰਦੇ ਵੀ ਸਾਡੇ ਰਿਸ਼ਤੇਦਾਰ ਨੇ ਜੀ, ਉੱਥੇ ਨੇ ਇੱਥੇ ਨੇ। ਅਸੀਂ ਪੁੱਛਦੇ ਡੈਫੀਨੇਟਲੀ ਕਿ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ। ਕੋਈ ਕਹਿੰਦਾ ਜੀ 10 ਸਾਲ ਹੋ ਗਏ, ਕੋਈ ਕਹਿੰਦਾ ਜੀ 15 ਸਾਲ ਹੋ ਗਏ, ਕੋਈ ਕਹਿੰਦਾ ਕਿੰਨੇ ਸਾਲ ਹੋ ਗਏ। ਵੀ ਜੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਇੰਨੇ ਹੀ ਸਗੇ ਆ ਤਾਂ ਉਹਨਾਂ ਨੇ ਹੁਣ ਤੱਕ ਤੁਹਾਨੂੰ ਕਿਉਂ ਨਹੀਂ ਬੁਲਾ ਲਿਆ? ਜਾਂ ਉਹਨਾਂ ਕੋਲ ਕੋਈ ਇਦਾਂ ਦਾ ਵੇ ਹੈਗਾ ਜੇ ਤੁਹਾਨੂੰ ਉਹ ਬੁਲਾ ਸਕਦੇ ਆ ਤਾਂ ਉਹਨਾਂ ਨੇ ਹੁਣ ਤੱਕ ਤੁਹਾਨੂੰ ਕਿਉਂ ਨਹੀਂ ਬੁਲਾ ਲਿਆ? ਰਿਸ਼ਤੇਦਾਰ ਤਾਂ ਇਹ ਗੱਲ ਕਹਿੰਦੇ ਨੇ ਵੀ ਇੱਥੇ ਨਾ ਹੋ, ਇੱਥੇ ਕੁਝ ਨਹੀਂ, ਤੇ ਫਿਰ ਉਹ ਆਪ ਵਾਪਸ ਕਿਉਂ ਨਹੀਂ ਆਉਂਦੇ? ਰਾਈਟ, ਸਿੰਪਲ ਜੀ ਗੱਲ ਹੈ। ਜੇ ਰਿਸ਼ਤੇਦਾਰ ਕਹਿੰਦੇ ਨੇ ਵੀ ਇੱਥੇ ਨਾ ਹੋ, ਇੱਥੇ ਤਾਂ ਨਹੀਂ ਬੁਲਾਉਣਾ ਚਾਹੁੰਦੇ, ਉਹਨਾਂ ਦੀ ਅਸਲੀਅਤ ਸਾਹਮਣੇ ਆਉਂਦੀ ਆ, ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਅਸੀਂ ਕੀ ਕਰਦੇ ਆ। ਠੀਕ ਹੈ ਜੀ, ਸੋ ਮਤਲਬ ਜੇ ਜਾਣਾ ਚਾਹਣ ਬਾਈ ਚਾਂਸ ਜਾ ਸਕਦੇ ਨੇ ਜਾਂ ਤੁਸੀਂ ਆਪਣੀ ਮਰਜ਼ੀ ਦੇ ਉਹਨਾਂ ਨੂੰ ਮੈਂ ਇਨਵੀਟੇਸ਼ਨ ਲੈਟਰ ਡੈਫੀਨਿਟਲੀ ਮੈਂ ਇਹੀ ਸੁਜੈਸ਼ਨ ਦਊਂਗੀ ਕਿ ਜੇ ਤੁਸੀਂ ਮੇਰੇ ਕੋਲ ਆ ਰਹੇ ਹੋ ਤਾਂ ਤੁਹਾਨੂੰ ਮੇਰੀ ਸੁਜੈਸ਼ਨ ਮੰਨਣੀ ਪਊਗੀ ਜਾਂ ਮੇਰੀ ਮੰਨਣੀ ਚਾਹੀਦੀ ਹੈ, ਕਿਉਂਕਿ ਮੈਂ ਆਪਣੇ ਉਹਦੇ ਤੇ ਕੰਮ ਕਰਦੀ ਆ। ਮੇਰਾ ਮੋਟਿਵ ਕੀ ਹੁੰਦਾ ਕਿ ਬੱਚਾ ਜਾਵੇ। ਠੀਕ ਹੈ। ਤੇ ਜੇ ਤੁਸੀਂ ਆਪਣਾ ਵਿੱਚ ਕਹੋਗੇ ਜੀ ਮੇਰਾ ਰਿਸ਼ਤੇਦਾਰ ਉੱਥੇ ਹੈ, ਜੋ ਉੱਥੇ ਹੈ, ਫਿਰ ਕਈ ਵਾਰੀ ਸਾਨੂੰ ਮੁਸ਼ਕਿਲ ਹੋ ਜਾਂਦੀ ਹੈ। ਡੈਫੀਨੇਟਲੀ ਅਸੀਂ ਕੰਸੀਡਰ ਕਰ ਲੈਂਦੇ ਆ ਜੇ ਅਵੇਲੇਬਿਲਿਟੀ ਹੋਵੇ, ਬਟ ਮੇਰੀ ਸੁਜੈਸ਼ਨ ਇਹੀ ਹੈ ਕਿ ਜੋ ਤੁਹਾਨੂੰ ਡਾਕਟਰ ਕਹਿ ਰਿਹਾ ਉਹਦੀ ਮੰਨੋ। ਜਿੱਥੇ ਉਹ ਟੀਕਾ ਲਾਣਾ ਚਾਹੁੰਦਾ ਉੱਥੇ ਟੀਕਾ ਲਵਾ ਲਓ, ਆਪਦੀ ਨਾ ਚਲਾਓ। ਬਿਲਕੁਲ ਜੀ। ਸੋ ਅਸੀਂ ਫੇਸਬੁੱਕ ਦੇ ਉੱਪਰ ਵੀ ਲਾਈਵ ਆ ਜੀ, ਮੂਵ ਟੂ ਅਬਰੋਡ ਦੇ ਫੇਸਬੁੱਕ ਪੇਜ ਤੇ ਤੁਸੀਂ ਸਾਨੂੰ ਦੇਖ ਸਕਦੇ ਹੋ ਔਰ ਲਿਵਿੰਗ ਇੰਡੀਆ ਨਿਊਜ਼ ਦੇ ਫੇਸਬੁੱਕ ਪੇਜ ਤੇ ਵੀ ਦੇਖ ਸਕਦੇ ਹੋ। ਸੋ ਦਰਸ਼ਕ ਸਾਡੇ ਨੇ ਜੀ, ਕਮਲਪ੍ਰੀਤ ਜੀ ਸਵਾਲ ਪੁੱਛ ਰਹੇ ਨੇ ਵੀ ਟਰੈਵਲ ਦਾ ਕੀ ਚੱਲ ਰਿਹਾ ਵਾ, ਕੀ ਥਰਡ ਕੰਟਰੀ ਹੋ ਕੇ ਹੀ ਜਾਇਆ ਜਾਊਗਾ, ਕੀ ਕਹੋਗੇ ਜੀ? ਟਰੈਵਲ, ਹਾਂਜੀ, ਟਰੈਵਲ ਰਿਸਟ੍ਰਿਕਸ਼ਨਸ ਤੁਹਾਨੂੰ ਵੀ ਪਤਾ ਲੱਗਿਆ ਹੋਵੇਗਾ ਮਨਦੀਪ ਕਿ ਡੈਫੀਨੇਟਲੀ ਪੋਸਟਪੋਨ ਹੋਈਆਂ ਨੇ। ਇਹਦਾ ਰੀਜ਼ਨ ਇਹੀ ਹੈ ਕਿ ਜਦੋਂ ਤੱਕ ਇੰਡੀਆ ਦੇ ਵਿੱਚ ਕੋਵਿਡ ਦੀਆਂ ਸਿਚੁਏਸ਼ਨਸ ਨਾਰਮਲ ਨਹੀਂ ਹੋ ਜਾਂਦੀਆਂ ਤਾਂ ਤੁਸੀਂ ਨਾ ਮੰਨੋ ਕਿ ਟਰੈਵਲ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਉਹ ਨਾਰਮਲ ਹੋਣਗੀਆਂ। ਠੀਕ ਹੈ ਨਾ? ਤਾਂ ਜਦੋਂ ਤੱਕ ਕੋਵਿਡ, ਤੁਹਾਨੂੰ ਵੀ ਪਤਾ ਇੰਡੀਆ ਦੇ ਵਿੱਚ ਕੋਵਿਡ ਨੂੰ ਕੰਟਰੋਲ ਕਰਨਾ ਇਟਸ ਨਾਟ ਦੈਟ ਈਜ਼ੀ, ਰਾਈਟ? ਤਾਂ ਤੁਹਾਨੂੰ ਵੀਆਈ ਜਾਣਾ ਪਏਗਾ। ਡੈਫੀਨੇਟਲੀ ਇਟ ਇਜ਼ ਕਾਸਟਲੀ। ਜਦੋਂ ਤੁਸੀਂ ਬਾਇਆ ਥਰਡ ਕੰਟਰੀ ਜਾਂਦੇ ਹੋ ਤਾਂ ਡੈਫੀਨੇਟਲੀ ਕਾਸਟਲੀ ਪੈਂਦਾ, ਬਟ ਯੈਸ ਯੂ ਕੈਨ ਮੂਵ। ਬਿਲਕੁਲ ਜੀ, ਬਿਲਕੁਲ। ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਥੇ ਬੈਠੇ ਹੋ, ਜਾ ਸਕਦੇ ਹੋ ਤਾਂ ਜਾਂ ਤਾਂ ਡਰਮਾ ਰੱਖ ਲਓ, ਵੇਟ ਕਰ ਸਕਦੇ ਹੋ ਤਾਂ ਵੇਟ ਕਰ ਲਓ ਕੋਈ 2-4 ਮਹੀਨਿਆਂ ਦੀ। ਜੇ ਜ਼ਰੂਰੀ ਜਾਣਾ ਹੈ ਤੁਹਾਡੇ ਡਾਕੂਮੈਂਟ 2-4 ਮਹੀਨਿਆਂ ਚ ਜਿਹੜਾ ਤੁਹਾਨੂੰ ਕਲੀਅਰ ਹੋ ਜਾਣਾ ਕਿ ਕੋਵਿਡ ਚੱਲ ਜਾਏਗਾ, ਹਾਂ, ਤੇ ਫਿਰ ਮਤਲਬ ਜੇ ਤਾਂ ਮੈਨੂੰ ਜਾਣਾ ਜ਼ਿਆਦਾ ਵਧੀਆ ਹੈ। ਡੈਫੀਨੇਟਲੀ। ਠੀਕ ਹੈ ਜੀ। ਸੋ ਫੀਸ ਦੇ ਬਾਰੇ ਕੀ ਸਿਨੈਰੀਓ ਹੈ ਜਿਹੜਾ ਅਸੀਂ ਸ਼ਾਰਟ ਟਰਮ ਟ੍ਰੇਨਿੰਗ ਡਿਸਕਸ ਕਰ ਰਹੇ ਹਾਂ? ਘੱਟੋ ਘੱਟ ਫੀਸ ਕਿੰਨੀ ਕੁ ਲੱਗੂਗੀ ਤੇ ਵੱਧ ਤੋਂ ਵੱਧ ਫੀਸ ਦਾ ਕੀ ਸਿਨੈਰੀਓ ਰਹਿੰਦਾ? ਫੀਸ ਦਾ ਜਿਹੜਾ ਸਿਨੈਰੀਓ ਹੈ ਇਟ ਇੰਟਾਇਰਲੀ ਡਿਪੈਂਡਸ ਔਨ ਦਾ ਡਿਊਰੇਸ਼ਨ ਆਫ ਕੋਰਸ ਐਂਡ ਦਾ ਟੈਕਨੀਕੈਲਿਟੀ ਆਫ ਦਾ ਕੋਰਸ। ਜਿੰਨਾ ਲੰਬਾ ਕੋਰਸ ਹੋਏਗਾ ਜਾਂ ਜਿੰਨਾ ਟੈਕਨੀਕਲ ਕੋਰਸ ਹੋਏਗਾ ਉਹਦੀ ਫੀਸ ਉਨੀ ਹੀ ਜ਼ਿਆਦਾ ਹੋਏਗੀ। ਅੱਛਾ, ਕਈ ਵਾਰੀ ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਹੀ ਹਾਂ, ਜਿੱਦਾਂ ਆਪਾਂ ਕੋਈ ਕੋਰਸ ਕਰਨ ਲਈ ਜਾ ਰਹੇ ਹਾਂ ਨਾ, ਸ਼ਾਰਟ ਟਰਮ ਟ੍ਰੇਨਿੰਗ ਦਾ ਆਪਾਂ ਕਰ ਲਿਆ, ਮੰਨ ਲਓ 4 ਮਹੀਨੇ ਦਾ ਕਰ ਲਿਆ, ਜਿੱਦਾਂ 3 ਹਫ਼ਤਿਆਂ ਤੋਂ 6 ਮਹੀਨੇ ਦਾ ਹੈਗਾ, ਆਪਾਂ 4 ਮਹੀਨਿਆਂ ਦਾ ਕਰ ਲਿਆ। ਉਸ ਤੋਂ ਬਾਅਦ ਆਪਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਇੱਕ ਹੋਰ ਕੋਰਸ ਹੈਗਾ ਵਾ ਜਿਹੜਾ ਸਾਡੀ ਇਸੇ ਲਾਈਨ ਦੇ ਨਾਲ ਅਟੈਚ ਹੈ, ਦੂਜੇ ਕੋਰਸ ਦੇ ਵਿੱਚ ਵੀ ਇਨਵੋਲਵ ਹੋਣਾ ਚਾਹੀਦਾ ਜਾਂ ਫਿਰ ਸਿੱਧਾ ਹੀ ਤੁਸੀਂ ਅੱਗੇ ਵਾਲੇ ਕਾਗਜ਼ ਆਪਣੇ? ਉੱਥੇ ਕੈਨੇਡਾ ਇੱਕ ਇਦਾਂ ਦੀ ਕੰਟਰੀ ਹੈ ਮਨਦੀਪ ਜਿੱਥੇ ਤੁਸੀਂ ਫ੍ਰੀ ਹੋ, ਤੁਸੀਂ ਕੰਮ ਦੇ ਨਾਲ ਵੀ ਆਪਣੀ ਸਟੱਡੀ ਕਰ ਸਕਦੇ ਹੋ, ਰਾਈਟ? ਜੇ ਤੁਹਾਨੂੰ ਲੱਗਦਾ ਕਿ ਹਾਂ ਜਿਹੜਾ ਸੈਕੰਡ ਕੋਰਸ ਤੁਹਾਨੂੰ ਅਟਰੈਕਟ ਕਰ ਰਿਹਾ ਉਹ ਤੁਹਾਡੇ ਅੱਗੇ ਜਾ ਕੇ ਤੁਹਾਡੇ ਕੰਮ ਦੇ ਵਿੱਚ ਬੈਨੀਫੀਸ਼ੀਅਲ ਹੋ ਸਕਦਾ, ਤੁਸੀਂ ਡੈਫੀਨੇਟਲੀ ਕਰ ਸਕਦੇ ਹੋ। ਬਟ ਹਾਂ, ਜਿਹੜੀ ਅਸੀਂ ਪਲੇਸਮੈਂਟ ਕਰਾ ਕੇ ਦਵਾਂਗੇ ਉਹਦੇ ਨਾਲ ਕਰੀ ਜਾਓ। ਉਹਦੇ ਨਾਲ ਉਹੀ ਤੁਹਾਡੀ ਗੱਲ ਕਿ ਨਾਲੇ ਤੁਸੀਂ ਕੰਮ ਕਰ ਰਹੇ ਹੋ ਨਾਲੇ ਤੁਸੀਂ ਆਪਣਾ ਐਕਸਪੀਰੀਅੰਸ ਗੇਨ ਕਰੀ ਜਾਓਗੇ। ਠੀਕ ਹੈ ਜੀ। ਸੋ ਅਗਲੇ ਦਰਸ਼ਕ ਨਾਲ ਨੇ ਜੀ, ਸਵਾਗਤ, ਸਤਿ ਸ਼੍ਰੀ ਅਕਾਲ जी मैम, मैं रीता शर्मा बात कर रही हूँ। कित्थों जी? हिमाचल प्रदेश से। हिमाचल प्रदेश से। की सवाल है मैडम? मैम मेरी बेटी है, उसने भी +2 की है और 6 बैंड लिया है उसने ना। मैम टीवी दी आवाज घटाओ जी पहला ते जी। 6 बैंड टीवी चला ही नहीं है जी। ठीक है, आवाज आ रही है जी, रिपीट आवाज आ रही है जी। नेटवर्क प्रॉब्लम हो गई है जी जी। हाँ जी, सवाल दसो जी की है? मैम मेरी बेटी ने +2 की है और 6 बैंड लिए हैं, तो मुझे उसका स्टडी वीजा के लिए अप्लाई करवाना है, तो मुझे उसके बारे में कोई नॉलेज नहीं है और वो भी ब्रिटिश कोलंबिया के लिए, तो मुझे थोड़ा सा। हाँ जी।
ਮੈਮ ਕੀ ਕਹੋਗੇ ਜੀ? 6 ਬੈਂਡ ਤਾਂ ਬ੍ਰਿਟਿਸ਼ ਕੋਲੰਬੀਆ ਲੋਟਸ ਆਫ ਆਪਸ਼ਨਸ ਨੇ। ਕੀ ਨਾਮ ਹੈ ਬੱਚੇ ਦਾ? ਰੀਟਾ ਸ਼ਰਮਾ। ਰੀਟਾ, ਤੁਸੀਂ ਆਪਣੇ ਡਾਟਰ ਦੀ ਪ੍ਰੋਫਾਈਲ ਲੈ ਕੇ ਆਫਿਸ ਚਾਓ, ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਹੈਗੀਆਂ ਨੇ, ਬੈਂਡ ਵੀ ਅੱਛੇ ਹੈ ਔਰ ਬੱਚੇ ਦੀ ਏਜ ਵੀ ਠੀਕ ਹੈ, 100% ਹੋ ਜਾਏਗਾ। ਬਿਲਕੁਲ ਨੋ ਪ੍ਰੋਬਲਮ, ਹੋ ਜਾਏਗਾ ਜੀ। ਨੰਬਰ ਸਕਰੀਨ ਤੇ ਲਗਾਤਾਰ ਡਿਸਪਲੇ ਹੋ ਰਿਹਾ, ਕਾਲ ਕਰ ਲਿਓ। ਫੀਸ ਦੀ ਅਸੀਂ ਚਰਚਾ ਕਰ ਰਹੇ ਸੀ, ਸੋ ਫੀਸ ਘੱਟੋ ਘੱਟ ਕਿੰਨੀ ਕੁ ਫੀਸ ਜਾਏਗੀ ਤੇ ਇਸ ਤੋਂ ਇਲਾਵਾ ਜੇ ਆਪਾਂ ਇਹ ਕਾਗਜ਼ ਜਦੋਂ ਲਾਉਨੇ ਆ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਲੱਗੇਗਾ? ਪ੍ਰੋਸੈਸਿੰਗ ਟਾਈਮ ਇਹਦਾ ਸਟੱਡੀ ਵੀਜ਼ਾ ਜਿੰਨਾ ਹੀ ਲੱਗੇਗਾ, ਕਿਉਂਕਿ ਡੈਫੀਨੇਟਲੀ ਕੋਵਿਡ ਕਰਕੇ ਬੈਕਲੌਗ ਤਾਂ ਹੈਗਾ ਐਮਬੈਸੀ ਦੇ ਵਿੱਚ, ਹਜੇ ਵੀ ਹੈਗਾ, ਕਿਉਂਕਿ ਉਹ ਜਿਹੜੀਆਂ ਪਹਿਲਾਂ ਫਾਈਲਸ ਇਕੱਠੀਆਂ ਹੋਈਆਂ ਨੇ ਡੈਫੀਨੇਟਲੀ ਉਹਨਾਂ ਨੂੰ ਕੰਸੀਡਰ ਕਰਦੇ ਆ। ਬਟ ਜੇ ਇਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਕੁ ਟਾਈਮ ਤਾਂ ਸਟੱਡੀ ਜਿੰਨਾ ਟਾਈਮ ਤਾਂ ਤੁਸੀਂ ਮੰਨ ਕੇ ਚੱਲੋ ਕਿ ਲੱਗੇਗਾ ਹੀ ਲੱਗੇਗਾ। ਰਹੀ ਫੀਸ ਦੀ ਗੱਲ, ਫੀਸ ਜਿਹੜੀ ਹੈਗੀ ਉਹ ਸਟਾਰਟ ਹੋ ਜਾਂਦੀ ਹੈ 2.5 ਤੋਂ 3 ਲੱਖ ਦੇ ਵਿੱਚ, ਡਿਪੈਂਡਸ 5 ਲੱਖ ਵੀ ਜਾ ਸਕਦੀ ਹੈ, 6 ਵੀ ਜਾ ਸਕਦੀ ਹੈ। ਠੀਕ ਹੈ ਜੀ। ਫੰਡਸ ਵਗੈਰਾ ਦਾ ਕੀ ਸਿਨੈਰੀਓ ਰਹੇਗਾ? ਕਿਉਂਕਿ ਜਦੋਂ ਆਪਾਂ ਸਟੱਡੀ ਵੀਜ਼ਾ ਤੇ ਡਿਸਕਸ ਕਰਦੇ ਆ ਤੇ ਉਦੋਂ ਆਪਣੀ GIC ਹੋ ਜਾਂਦੀ ਹੈ। ਇਹਦੇ ਵਿੱਚ ਆਪਾਂ ਨੂੰ ਨੋਮੀਨਲ ਜਾਂ ਜੇ ਲਿਵਿੰਗ ਕਾਸਟ ਆਪਾਂ 6 ਮਹੀਨੇ ਦੀ ਬੱਚੇ ਨੂੰ ਕਹਾਂਗੇ, ਕਿਉਂਕਿ 6 ਮਹੀਨੇ ਬੱਚੇ ਨੂੰ ਉਹੀ 20 ਘੰਟੇ ਕੰਮ ਕਰਨ ਲਈ ਮਿਲਣਗੇ, ਕਿਉਂਕਿ ਉਹਦਾ ਕੋਰਸ ਚੱਲ ਰਿਹਾ ਹੋਏਗਾ, ਰਾਈਟ? ਤਾਂ ਉਦੋਂ ਇਹੀ ਆਪਾਂ ਸੁਜੈਸ਼ਨ ਕਰਦੇ ਹਾਂ ਕਿ ਜਿਹੜਾ ਤੁਹਾਡੀ 6 ਮੰਥ ਦੀ ਲਿਵਿੰਗ ਕਾਸਟ ਬਣਦੀ ਹੈ ਉਹ ਤੁਸੀਂ ਨਾਲ ਲੈ ਕੇ ਜਾਓ, ਉਹ ਆਪਾਂ ਸ਼ੋ ਕਰੀਏ ਐਮਬੈਸੀ ਨੂੰ, ਉਹਦੇ ਨਾਲ ਇੱਕ ਪ੍ਰੋਫਾਈਲ ਵੀ ਸਟਰੋਂਗ ਹੋ ਜਾਂਦੀ ਹੈ, ਸਟਰੋਂਗ ਰਹਿੰਦੀ ਹੈ ਜੀ। ਸੋ ਨੰਬਰ ਸਕਰੀਨ ਤੇ ਡਿਸਪਲੇ ਹੋ ਰਿਹਾ, ਮੰਚ ਕੋਈ ਵੀ ਸਵਾਲ ਹੈ ਡਿਸਕਸ ਕਰ ਸਕਦੇ ਹੋ। ਨੈਕਸਟ ਕਾਲਰ ਵੀ ਨਾਲ ਨੇ ਜੀ, ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸੰਪਰਕ ਟੁੱਟ ਗਿਆ ਜੀ। ਜਦ ਵੀ ਕਾਲ ਕਰਦੇ ਹੋ ਪਲੀਜ਼ ਟੀਵੀ ਦੀ ਆਵਾਜ਼ ਘਟਾ ਕੇ ਕਾਲ ਕਰਿਆ ਕਰੋ ਤੇ ਨੈਟਵਰਕ ਦੇ ਵਿੱਚ ਆ ਕੇ ਗੱਲਬਾਤ ਕਰਿਆ ਕਰੋ। ਇਹ ਜਿਹੜਾ ਪ੍ਰੋਡਕਟ ਹੈ, ਇਹ ਜਿਹੜਾ ਪ੍ਰੋਗਰਾਮ ਹੈ, ਇਹਦੇ ਵਿੱਚ ਖਾਸ ਰੱਖਣ ਵਾਲੀ ਗੱਲ ਜਿਹੜੀ ਧਿਆਨ ਦੇ ਵਿੱਚ ਉਹ ਕੀ ਹੈਗੀ ਹੈ? ਇਹਦੇ ਵਿੱਚ ਧਿਆਨ 'ਚ ਰੱਖਣ ਵਾਲੀ ਗੱਲ ਸਿਰਫ ਇੱਕੋ ਹੀ ਹੈ ਕਿ ਜਿਹੜਾ ਤੁਹਾਡਾ ਇਨਵੀਟੇਸ਼ਨ ਲੈਟਰ ਹੈ ਉਹ ਐਮਬੈਸੀ ਵੱਲੋਂ ਵੈਰੀਫਾਈ ਹੋਣਾ ਜ਼ਰੂਰੀ ਹੈ। ਉਹ ਐਮਬੈਸੀ ਤੋਂ ਵੈਰੀਫਾਈ ਤਾਂ ਹੀ ਹੋਏਗਾ ਜੇ ਉਹ ਇੱਕ ਅੱਛੇ ਇੰਸਟੀਚਿਊਟ ਜਾਂ ਇੱਕ ਅੱਛੀ ਕੰਪਨੀ ਤੋਂ ਆਇਆ ਹੋਏਗਾ ਜਾਂ ਇੱਕ ਅੱਛੇ ਟਾਈ ਅਪ ਦੇ ਥਰੂ ਆਇਆ ਹੋਏਗਾ। ਠੀਕ ਹੈ। ਸੋ ਰਾਈਟ, ਟਾਈ ਅਪਸ ਜਿਹੜੇ ਨੇ ਇੱਥੇ ਇੱਕ ਹੋਰ ਗੱਲ ਐਡ ਆਨ ਕਰ ਦਿੰਦੇ ਆ ਕਿ ਜੋ ਵੀ ਤੁਹਾਡਾ ਇਨਵੀਟੇਸ਼ਨ ਲੈਟਰ ਹੋਏਗਾ, ਜਦੋਂ ਤੁਹਾਡੀ ਫਾਈਲ ਐਮਬੈਸੀ 'ਚ ਲੱਗੇਗੀ, ਉਹ ਐਮਬੈਸੀ ਵੈਰੀਫਾਈ ਕਰੇਗੀ ਤਾਂ ਹੀ ਵੀਜ਼ਾ ਅਪਰੂਵ ਹੋਏਗਾ, ਅਦਰਵਾਈਜ਼ ਨਹੀਂ ਹੋਏਗਾ। ਠੀਕ ਹੈ ਜੀ। ਸੋ ਤਾਂ ਹੀ ਵੀਜ਼ਾ ਅਪਰੂਵ ਹੋਏਗਾ, ਅਦਰਵਾਈਜ਼ ਨਹੀਂ ਹੋਏਗਾ। ਠੀਕ ਹੈ, ਹੁਣ ਥੋੜਾ ਜਿਹਾ ਸਟੱਡੀ ਵੀਜ਼ਾ ਨੂੰ ਡਿਸਕਸ ਕਰ ਲੈਣੇ ਆ। ਸਟੱਡੀ ਵੀਜ਼ਾ ਵਾਲੇ ਵਿਦਿਆਰਥੀ ਆਲਰੇਡੀ ਬਹੁਤ ਸਾਰੇ ਵਿਦਿਆਰਥੀ ਰਿਫਿਊਜ਼ ਹੋਏ, ਵੀਜ਼ੇ ਵੀ ਆਏ। ਓਵਰਆਲ ਤੁਸੀਂ ਨਿਚੋੜ ਕੀ ਕੱਢਦੇ ਹੋ? ਜ਼ਿਆਦਾ ਰਿਫਿਊਜ਼ਲ ਆਈਆਂ ਕਿ ਵੀਜ਼ੇ ਆਏ ਨੇ ਸੈਪਟੈਂਬਰ ਇਨਟੇਕ ਦੇ? ਸੈਪਟੈਂਬਰ ਇਨਟੇਕ ਦੇ ਵਿੱਚ ਤਾਂ ਕਾਫੀ ਪੋਜ਼ਿਟਿਵ ਰਿਜ਼ਲਟ ਆਇਆ। ਹਾਂ, ਜੇ ਆਪਾਂ ਗੱਲ ਕਰੀਏ ਹੁਣ ਜੇ ਫਾਈਲਸ ਹੀ ਜ਼ਿਆਦਾ ਨੇ ਉਹਦੇ ਕੰਪੈਰੀਟਿਵਲੀ ਹੋ ਸਕਦਾ ਰਿਫਿਊਜ਼ਲਸ ਵੀ ਜ਼ਿਆਦਾ ਹੋਣ, ਬਟ ਵੀਜ਼ਾਸ ਵੀ ਬਹੁਤ ਆਏ, ਵੀਜ਼ਾ ਬਹੁਤ ਆਏ। ਵਿਦਿਆਰਥੀ ਹੁਣ ਜਿਹੜੇ ਰਿਫਿਊਜ਼ ਹੋਏ ਕਿ ਉਹਨਾਂ ਨੂੰ ਇੱਕ ਅੱਧਾ, ਜਿੱਦਾਂ ਮੈਂ ਬਹੁਤ ਸਾਰੇ ਗੈਸਟ ਦੇ ਇੱਥੇ ਕਾਲ ਵੀ ਲੈਣੇ ਹੁੰਨੀ ਆ ਤੇ ਉਹ ਕਹਿੰਦੇ ਕਿ ਸਾਨੂੰ ਕੰਸਲਟੈਂਟ ਇਹ ਕਹਿ ਰਹੇ ਨੇ ਕਿ ਹੁਣ ਭੀੜ ਬਹੁਤ ਲੱਗੀ ਹੋਈ ਹੈ, ਤੁਸੀਂ ਐ ਕਰੋ ਰੋਲਿੰਗ ਇਨਟੇਕ ਤਾਂ ਸੋਚੋ ਹੀ ਨਾ ਤੇ ਜੈਨ ਇਨਟੇਕ ਸਕਿਪ ਕਰ ਦਿਓ, ਕੋਈ ਹੋਰ ਅੱਗੇ ਮਈ ਇਨਟੇਕ ਬਾਰੇ ਜਾਂ ਅਗਲੇ ਸਾਲ ਦੇ ਸੈਪਟੈਂਬਰ ਵਾਸਤੇ ਸੋਚੋ ਕਿ ਉਹਨਾਂ ਇੰਡੀਆ 'ਚ ਰਹਿ ਕੇ ਆਪਣੀ ਪ੍ਰੋਫਾਈਲ ਨੂੰ ਅਪਗ੍ਰੇਡ ਕਰੋ। ਸੋ ਤੁਸੀਂ ਕੀ ਸੁਜੈਸਟ ਕਰੋਗੇ? ਮੈਂ ਤਾਂ ਇਹੀ ਸੁਜੈਸਟ ਕਰੂੰਗੀ ਵੀ ਜੇ ਤੁਹਾਡੇ ਕੋਲੇ ਤੁਹਾਨੂੰ ਸੀਟ ਮਿਲ ਰਹੀ ਹੈ ਜਨਵਰੀ ਇਨਟੇਕ ਦੀ, ਜੇ ਸੀਟ ਮਿਲ ਰਹੀ ਹੈ ਤਾਂ ਕਿਉਂ ਨਹੀਂ ਅਪਲਾਈ ਕਰਨਾ ਚਾਹੀਦਾ? ਕਿਉਂ ਨਹੀਂ ਅਪਲਾਈ ਕਰਨਾ ਚਾਹੀਦਾ? ਫਿਰ ਆਪਾਂ ਨੂੰ ਵੇਟ ਕਿਉਂ ਕਰਨਾ ਚਾਹੀਦਾ? ਹਾਂ, ਜੇ ਸੀਟਸ ਹੀ ਨਹੀਂ ਅਵੇਲੇਬਲ ਡੈਫੀਨੇਟਲੀ ਆਪਾਂ ਨੂੰ ਮਈ ਜਾਂ ਸਤੰਬਰ ਤੱਕ ਵੇਟ ਕਰਨਾ ਹੀ ਪਊਗਾ। ਠੀਕ ਹੈ, ਠੀਕ ਹੈ। ਜੇ ਤੁਹਾਡੇ ਕੋਈ ਜਿਹੜੇ ਕੋਰਸ ਹੈਗਾ ਉਹਦੇ 'ਚ ਸੀਟ ਅਵੇਲੇਬਲ ਨਹੀਂ ਹੈ ਤਾਂ ਹੀ ਜਿੱਦਾਂ ਮੈਡਮ ਦੱਸ ਰਹੇ ਨੇ ਤਾਂ ਤੁਸੀਂ ਵੇਟ ਕਰੋ, ਅਦਰਵਾਈਜ਼ ਤੁਸੀਂ ਅਪਲਾਈ ਕਰੋ। ਬਾਕੀ ਨੰਬਰ ਸਕਰੀਨ ਤੇ ਡਿਸਪਲੇ ਹੋ ਰਿਹਾ ਜੀ, ਕਾਲ ਕਰਦੇ ਰਿਹਾ ਕਰੋ, ਸਵਾਲ ਡਿਸਕਸ ਕਰਦੇ ਰਿਹਾ ਕਰੋ। ਅਗਲੇ ਦਰਸ਼ਕ ਨਾਲ ਨੇ ਜੀ, ਸਤਿ ਸ਼੍ਰੀ ਅਕਾਲ, ਸਵਾਗਤ। ਹੈਲੋ, ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ, ਕਿੱਥੋਂ ਬੋਲ ਰਹੇ ਹੋ? ਸੰਦੀਪ ਸਿੰਘ ਨਾਮ ਹੈ ਮੈਡਮ। ਕੀ ਸਵਾਲ ਹੈ ਸੰਦੀਪ ਜੀ? ਮੈਂ ਨਾ ਜੀ ਆਪਣਾ ਪੀਆਰ ਦੀ ਫਾਈਲ ਲਾਈ ਸੀ ਕੈਨੇਡਾ ਦੀ ਫਾਰਮਰ ਦੀ ਤੇ ਉਹ ਰਿਜੈਕਟ ਹੋ ਗਈ ਜੀ। ਪੀਆਰ ਦੀ ਫਾਈਲ ਲਾਈ, ਰਿਜੈਕਟ ਹੋ ਗਈ। ਹੁਣ ਕੀ ਚਾਹੁੰਦੇ ਹੋ ਜੀ, ਕੀ ਜਾਣਕਾਰੀ? ਕਿਉਂ ਹੋਈ ਜੀ ਰਿਜੈਕਟ ਤੁਹਾਡੀ ਪੀਆਰ ਦੀ ਫਾਈਲ? ਮੈਂ ਨਹੀਂ ਪਤਾ ਜੀ ਕਿਉਂ ਹੋ ਗਈ ਹੋਣੀ, ਚਲੋ ਕੋਈ ਰੀਜ਼ਨ, ਚਲੋ ਬਹੁਤ ਸਾਰੇ ਰੀਜ਼ਨ ਰਹਿੰਦੇ ਨੇ, ਸਮਾਂ ਬਹੁਤ ਘੱਟ ਹੈ। ਸਵਾਲ ਦੱਸੋ ਜੀ ਕੀ ਆ, ਹੁਣ ਕੀ ਚਾਹੁੰਦੇ ਹੋ? ਦੁਬਾਰਾ ਪੀਆਰ ਤੇ ਜਾਣਾ, ਪੁਆਇੰਟ ਘਟ ਗਏ ਹੋਣਗੇ। ਕੈਨੇਡਾ ਦੀ ਪੀਆਰ ਤੇ ਜਾਣਾ ਚਾਹੁੰਦੇ ਹੋ ਕਿ ਸੈਟਲ ਹੋਣਾ ਚਾਹੁੰਦੇ ਹੋ? ਵੈਸੇ ਨਾਰਮਲੀ ਅਸੀਂ ਤੁਹਾਨੂੰ ਭੇਜ ਦਈਏ। ਦੇਖੋ ਆਪਣੇ ਕੋਲੇ ਦੋ ਆਪਸ਼ਨਸ ਨੇ, ਜੇ ਤਾਂ ਤੁਸੀਂ ਪੀਆਰ ਤੇ ਜਾਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਹਾਡੀ ਪੀਆਰ ਦੀ ਫਾਈਲ ਰੀਅਪਲਾਈ ਕਰ ਸਕਦੇ ਆ। ਸੈਕੰਡਲੀ ਮੇਰੇ ਕੋਲੇ ਜਿਹੜਾ ਅਨਦਰ ਆਪਸ਼ਨ ਆ ਉਹਦੇ ਥਰੂ ਵੀ ਤੁਸੀਂ ਜਲਦੀ ਤੋਂ ਜਲਦੀ ਜਾ ਸਕਦੇ ਹੋ। ਠੀਕ ਹੈ ਜੀ, ਤੁਸੀਂ ਦੋਹਾਂ ਚੋਂ ਕੋਈ ਵੀ ਚੂਜ਼ ਕਰ ਲਓ, ਕੋਈ ਵੀ ਚੂਜ਼ ਕਰ ਸਕਦੇ ਹੋ। ਸੋ ਸੰਦੀਪ ਜੀ, ਤੁਹਾਨੂੰ ਗੁਜ਼ਾਰਿਸ਼ ਹੈ ਜੀ, ਤੁਸੀਂ ਕਾਲ ਸਾਨੂੰ ਕੀਤੀ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੋਅ ਤੋਂ ਬਾਅਦ ਤੁਸੀਂ ਕਾਲ ਕਰ ਲਿਓ, ਆਫਿਸ ਵਿਜ਼ਿਟ ਕਰ ਲਿਓ। ਮੈਡਮ ਆਫਿਸ 35 ਸੈਕਟਰ ਦੇ ਵਿੱਚ ਹੈਗਾ ਜੀ ਕਿ 9 ਸੈਕਟਰ ਦੇ ਵਿੱਚ ਹੈਗਾ? 9 ਸੈਕਟਰ ਦੇ ਵਿੱਚ। ਸੋ 9 ਸੈਕਟਰ ਦੇ ਵਿੱਚ ਮੂਵ ਟੂ ਅਬਰੋਡ ਦਾ ਆਫਿਸ ਹੈਗਾ ਜੀ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ, ਸਵਾਲ ਆਪਣੇ ਡਿਸਕਸ ਕਰ ਸਕਦੇ ਹੋ। ਨੰਬਰ ਸਕਰੀਨ ਦੇ ਉੱਤੇ ਲਗਾਤਾਰ ਡਿਸਪਲੇ ਹੋ ਰਿਹਾ ਹੈ। ਦਰਸ਼ਕਾਂ ਦੀ ਕਤਾਰ ਬਹੁਤ ਲੰਬੀ ਲੱਗੀ ਹੋਈ ਹੈ, ਸੋ ਸੁਨੇਹਾ ਕੀ ਸਾਂਝਾ ਕਰੋਗੇ? ਸੁਨੇਹਾ ਅੱਜ ਵੀ ਮੈਂ ਉਹੀ ਸਾਂਝਾ ਕਰੂੰਗੀ, ਤੁਸੀਂ ਕੈਨੇਡਾ ਮੂਵ ਹੋਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਅਸੀਂ ਤੁਹਾਨੂੰ ਕੈਨੇਡਾ ਮੂਵ ਕਰਾਵਾਂਗੇ। ਮੇਰੀ 200% ਐਫਰਟ ਇਹੀ ਰਹਿੰਦੀ ਹੈ ਕਿ ਤੁਹਾਡੀ ਫਾਈਲਿੰਗ ਆਪਣੀ ਐਂਡ ਤੋਂ ਹੋਵੇ, ਸੋ ਦੈਟ ਤੁਹਾਡੀ ਰਿਫਿਊਜ਼ਲ ਨਾ ਆਵੇ। ਸੈਕੰਡਲੀ ਜੇ
ਕੋਈ ਵੀ ਪ੍ਰੋਗਰਾਮ ਦੇ ਅੰਡਰ ਤੁਸੀਂ ਜਾ ਰਹੇ ਹੋ ਉਹਦੇ ਉਸ ਪ੍ਰੋਗਰਾਮ ਦੀ ਤੁਸੀਂ ਥੋੜੀ ਜਿਹੀ ਅਪਡੇਸ਼ਨ ਰੱਖੋ ਸੋ ਦੈਟ ਤੁਹਾਡੇ ਨਾਲ ਕੋਈ ਵੀ ਮਿਸਗਾਈਡ ਤੁਹਾਨੂੰ ਕੋਈ ਮਿਸਗਾਈਡ ਨਾ ਕਰ ਸਕੇ। ਬਿਲਕੁਲ ਜੀ। right? ਸੋ ਫ੍ਰੀ ਦੀ ਤਾਂ ਸਲਾਹ ਇਹੀ ਹੈ। ਫ੍ਰੀ ਦੀ ਸਲਾਹ ਅਸੀਂ ਸਾਡੇ ਦਰਸ਼ਕਾਂ ਨੂੰ ਦਿੰਨੇ ਆ ਤੇ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਵੀ ਤੁਹਾਡੀ ਕੰਸਲਟੈਂਸੀ ਚਾਰजेस ਕੀ ਰਹਿਣਗੇ ਜੇ ਵਿਦਿਆਰਥੀ ਇਸੇ ਪ੍ਰੋਗਰਾਮ ਲਈ ਤੁਹਾਡੇ ਕੋਲ ਆਉਂਦਾ। ਅਸੀਂ ਕੋਈ ਕੰਸਲਟੇਸ਼ਨ ਚਾਰजेस ਨਹੀਂ ਲੈਂਦੇ ਇਹਦੇ। ਠੀਕ ਹੈ ਜੀ ਜੀ। ਸੋ ਤੁਸੀਂ ਤੁਹਾਡੇ ਵੱਲੋਂ ਕੋਈ ਫੀਸ ਨਹੀਂ ਸਾਡੀ ਕੋਈ ਫੀਸ ਨਹੀਂ ਹੈ। ਜਿਹੜੀ ਟ੍ਰੇਨਿੰਗ ਫੀਸ ਹੋਏਗੀ ਡੈਫੀਨਿਟਲੀ ਉਹ ਬੱਚੇ ਨੂੰ ਪੇ ਕਰਨੀ ਪਏਗੀ। ਸਾਡੀ ਪਰਸਨਲੀ ਕੰਸਲਟੈਂਸੀ ਫੀਸ ਅਸੀਂ ਕੋਈ ਵੀ ਨਹੀਂ ਹੈ। ਠੀਕ ਹੈ ਜੀ। ਅਸੀਂ ਤੁਹਾਡੇ ਪ੍ਰੋਗਰਾਮ ਵਾਂਗੂ ਫ੍ਰੀ ਸਲਾਹ ਦਿੰਦੇ ਹਾਂ। ਬਿਲਕੁਲ ਜੀ। ਸੋ ਫ੍ਰੀ ਦੀ ਸਲਾਹ ਅਸੀਂ ਸਾਡੇ ਦਰਸ਼ਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਫ੍ਰੀ ਦੀ ਜਿਹੜੀ ਸਲਾਹ ਆ ਉਹ ਮੈਡਮ ਹੁਣਾਂ ਵੱਲੋਂ ਸਾਡੀ ਜਿਹੜੀ ਲਿਵਿੰਗ ਇੰਡੀਆ ਨਿਊਜ਼ ਦੀ ਆਡੀਅנס ਹੈ ਉਹਨਾਂ ਨੂੰ ਦਿੱਤੀ ਜਾਂਦੀ ਹੈ। ਸੋ ਨੰਬਰ ਸਕਰੀਨ ਤੇ ਡਿਸਪਲੇ ਹੋ ਰਿਹਾ ਜੀ, ਕਾਲ ਕਰ ਸਕਦੇ ਹੋ, ਡਿਸਕਸ ਕਰ ਸਕਦੇ ਹੋ। ਰੋਜੇ ਵਿੱਚੋਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਕਤਾਰ ਲੱਗੀ ਹੋਈ ਹੈ ਦਰਸ਼ਕਾਂ ਦੀ ਹੱਲੇ ਵੀ, ਲੇਕਿਨ ਕਾਲਸ ਹੁਣ ਨਹੀਂ ਲਵਾਂਗੇ ਜੀ, ਸ਼ੋ ਤੋਂ ਬਾਅਦ ਕਾਲਸ ਲਵਾਂਗੇ, ਸਵਾਲਾਂ ਦੇ ਜਵਾਬ ਦਵਾਂਗੇ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਜਿਹੜੇ ਦਰਸ਼ਕ ਨੇ ਜੀ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਲਿਵਿੰਗ ਇੰਡੀਆ ਨਿਊਜ਼ ਦਾ ਉਪਰਾਲਾ ਹੈ ਜੀ, ਜਦੋਂ ਵੀ ਕਾਲ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਹੜੇ ਵੀ ਖਾਸ ਸਟੱਡੀ ਵੀਜ਼ਾ ਐਕਸਪਰਟ ਸਾਡੇ ਨਾਲ ਮੌਜੂਦ ਹੁੰਦੇ ਨੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ। ਸੋ ਉਸੇ ਤਰੀਕੇ ਨਾਲ ਭਾਵੇਂ ਸ਼ੋ ਤੋਂ ਬਾਅਦ ਕਾਲ ਕਰ ਲਿਓ, ਕੱਲ ਨੂੰ ਕਰ ਲਿਓ, ਪਰਸੋਂ ਨੂੰ ਕਾਲ ਕਰ ਲਿਓ, ਪਰ ਨੰਬਰ ਯਾਦ ਰੱਖਿਓ, ਨੰਬਰ ਤੇ ਕਾਲ ਕਰ ਲਿਓ ਤੇ ਆਪਣਾ ਸਵਾਲ ਪੁੱਛ ਲਿਓ। ਜੋ ਵੀ ਤੁਹਾਡਾ ਸਵਾਲ ਹੈ ਜ਼ਰੂਰ ਮੂਵ ਟੂ ਅਬਰੋਡ ਦੀ ਟੀਮ ਵੱਲੋਂ ਬਣਦੀ ਸਹੀ ਜਾਣਕਾਰੀ ਦਿੱਤੀ ਜਾਏਗੀ। ਕੱਲ ਫਿਰ ਮਿਲਾਂਗੇ ਜੀ, ਰੱਖੋ ਧਿਆਨ, ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼। ਧੰਨਵਾਦ, ਸਤਿ ਸ਼੍ਰੀ ਅਕਾਲ।